गुड मॉर्निंग स्टूडेंट। बेटा जी आज ਅਸੀਂ ਕਰਾਂਗੇ ਚੈਪਟਰ 7 ਦੀ ਐਕਸਰਸਾਈਜ਼ 7.3 ਤੇ ਬੇਟਾ ਇਹਦੇ ਸਿਰਫ ਦੋ ਸਮ ਨੇ ਤੇ ਇਹਦੇ ਨਾਲ ਹੀ ਅਸੀਂ 7.4 ਵੀ ਸ਼ੁਰੂ ਕਰ ਲਾਂਗੇ। ਤੇ ਜਿਹੜੇ 7.3 ਨਾ ਉਹਦਾ ਫਰਸਟ ਸਮ ਇਸ ਤਰ੍ਹਾਂ ਜਿਹਦੀ ਅਸੀਂ ਸਟੇਟਮੈਂਟ ਪਹਿਲਾਂ ਪੜਾਂਗੇ। ਲੈਟ ਯੂਰ ਬਿਲ ਇਨ ਏ ਸ਼ॉपकीपर इज रुपीज़ 598.80 रुपीज़, ठीक है। एंड द शॉपकीपर गिव ए डिस्काउंट ऑफ 20%। एस्टीमेट योर बिल अमाउंट। कहते हैं कि मान लो कि तुहानू जिहड़ा है शॉपकीपर ने तुसीं कोई चीज़ लई है जिहदी कीमत हैगी 598.80 रुपीज़, ठीक है। द शॉपकीपर ने तुहानू 20% ऑफर ते यह चीज़ दित्ती कोई, तो एस्टीमेट लाना है कि तुहाडा बिल अमाउंट कितनी होएगी। हुण बिल अमाउंट कड्ढनी है तो सब तो पहला की लिखांगे कि साडी बिल अमाउंट कितनी है रुपीज़ 598.80 पैसे, ठीक है। ਇਹਦੇ ਵਿੱਚ ਅਸੀਂ ਨੀਅਰੈਸਟ ਲੱਭਣਾ, ਠੀਕ ਹੈ। ਹੁਣ ਆ ਜਿਹੜਾ ਹੈਗਾ ਨਾ 500 ਕਿਉਂਕਿ ਇਹਦੇ ਵਿੱਚ 0.80 ਹੈ, ਠੀਕ ਹੈ। ਹੁਣ 80 ਪੈਸੇ ਨੇ ਤੇ ਇਹਦਾ ਨੀਅਰੈਸਟ ਲੱਭਣਾ। ਨੀਅਰੈਸਟ ਕੀ ਹੋਏਗਾ ਅਸੀਂ ਲਿਖਾਂਗੇ ਜਿਸ ਤਰ੍ਹਾਂ ਇਹ ਵੇਖੋ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦੇ ਦਿੰਦੇ ਆ। ਇੱਥੇ ਹੈਗਾ 598, ਠੀਕ ਹੈ। ਹੁਣ ਜਿਹੜਾ 5 ਹੈ ਨਾ 5 ਤੋਂ ਬਾਅਦ ਸਾਡਾ 9 ਹੈ, ठीक है। 9 ਤੇ ਅੱਗੇ ਜਿੰਨਾ ਵੀ ਹੋਏਗਾ ਨਾ ਪਿੱਛੇ ਹੋਏਗਾ ਉਹ 0 ਹੋਏਗੀ। ਜਿਸ ਤਰ੍ਹਾਂ ਇੱਥੇ ਸਾਡਾ 9 ਹੈ ਤੇ ਇਹਦਾ ਮਤਲਬ ਇੱਥੇ 90 ਆ ਜਾਏਗਾ, ਠੀਕ ਹੈ। 5 ਤੋਂ ਬਾਅਦ ਕੀ ਆਂਦਾ ਇੱਥੇ ਆਂਦਾ 6 ਤੇ ਇਹ ਜਿਹੜੇ ਦੋ ਹੋਏ ਡਿਜਿਟ ਹੋਣਗੀਆਂ ਉਹ ਸਾਡੀ 0 ਬਣ ਜਾਣਗੀਆਂ, ਠੀਕ ਹੈ। ਇਸ ਕਰਕੇ ਹੈਗਾ ਨਾ 598 ਇਹਦਾ ਨੀਅਰੈਸਟ ਕਿੰਨਾ ਹੋਏਗਾ 600, ठीक है। ਇਹਦੇ ਵਿੱਚ ਅਸੀਂ ਲਿਖਾਂਗੇ ਇਟ ਇਜ਼ ਨੀਅਰੈਸਟ 10 ਇਜ਼ ਇਟ ਇਜ਼ ਨੀਅਰੈਸਟ 10 ਇਜ਼ ਕਿੰਨਾ ਹੋ ਗਿਆ 600, ओके बेटा। इस तो बाद हम डिस्काउंट कितना मिलिया वो लिखांगे कितनी हैगी है इक्वल टू 20%, ठीक है। हुण असीं डिस्काउंट का जो असीं लिखना कढ़ना हुंदा ते की लिखदे आ इत्थे सब तो पहला असीं लिखांगे डिस्काउंट 20% ऑफ कितना 600, ठीक है। इस तो बाद की करांगे इत्थे लिखांगे असीं 20 परसेंटेज कटनी इत्थे लिखांगे 20/100 मल्टीप्लाई 600, ठीक है बेटा। हुण दोनों 0 ਇਹਦੇ ਨਾਲ ਕੱਟ ਹੋ ਜਾਏਗੀ। ਹੁਣ ਅਸੀਂ 20 ਨੂੰ ਕਰਾਂਗੇ 6 ਨਾਲ ਮਲਟੀਪਲਾਈ ਤਾਂ ਸਾਡਾ ਆ ਜਾਏਗਾ 120, ਠੀਕ ਹੈ ਬੇਟਾ। ਇੱਥੋਂ ਤੱਕ ਆ ਗਈ ਸਮਝ। ਅੱਗੇ ਕਰਨਾ ਹੈ ਐਸਟੀਮੇਟ ਬਿਲ ਅਮਾਉਂਟ। ਕਿਉਂਕਿ ਅਸੀਂ ਐਸਟੀਮੇਟ ਬਿਲ ਅਮਾਉਂਟ ਪਤਾ ਕਰਨੀ ਹੈ ਤੇ ਕੀ ਲਿਖਾਂਗੇ ਐਸਟੀਮੇਟ ਬਿਲ ਅਮਾਉਂਟ ਇਕੁਅਲ ਟੂ रुपीज़ 600 ਤੇ ਮਾਈਨਸ ਕਿੰਨਾ ਕੀਤਾ ਜਿਹੜਾ ਡਿਸਕਾਊਂਟ ਸੀ ਉਹ ਕਿੰਨਾ 120 रुपीज़ ਨਿਕਲਿਆ ਸਾਡਾ, ठीक है। रुपीज़ ਤਾਂ ਅਸੀਂ ਅੱਗੇ ਵੀ ਲਿਖ ਸਕਦੇ ਹੋ ਤੇ ਪਿੱਛੇ ਵੀ ਲਿਖ ਸਕਦੇ ਹੋ, ਕੋਈ ਚੱਕਰ ਨਹੀਂ ਹੈ। ਹੁਣ ਇਹਨਾਂ ਦੋਨਾਂ ਨੂੰ ਕੀ ਕਰਾਂਗੇ ਮਾਈਨਸ ਕਰਾਂਗੇ ਤੇ ਸਾਡਾ ਕਿੰਨਾ ਆਏਗਾ 480 रुपीज़, ठीक है। ਇਹ ਸਾਡਾ ਆਨਸਰ ਹੈ ਕਿ ਜਿਹੜਾ ਐਸਟੀਮੇਟ ਬਿਲ ਅਮਾਉਂਟ ਹੈ ਨਾ ਉਹ ਹੈਗੇ 480 रुपीज़, ओके बेटा जी। सेकंड सम है एस्टीमेट द बिल अमाउंट इफ बिल इज रुपीज़ 378 एंड शॉपकीपर गिव ए डिस्काउंट ऑफ 15%, ठीक है। सब तो पहला ही ਇਹਦਾ ਨੀਅਰੈਸਟ पता करना है। ਨੀਅਰੈਸਟ किस तरह पता करना है ਇਹ ਹੈਗਾ 378 पैसे नहीं लिखे है ना 378। ਹੁਣ ਇਹਦਾ ਨੀਅਰੈਸਟ ਕੱਢਣਾ ਇਹ ਹੈਗਾ 7, ठीक है। 7 ਤੋਂ ਪਿੱਛੇ ਕਿਹੜੀ ਆਂਦੀ ਹੈ ਡਿਜਿਟ ਇੱਥੇ ਆਏਗਾ 8 ਤੇ ਹੁਣ ਜਿਹੜੀ ਇਹ ਵਾਲਾ ਨਾ ਇਹਨੂੰ ਅਸੀਂ ਇੱਥੇ 0 ਲਿਖਣਾ। ਇਸ ਕਰਕੇ ਨੀਅਰੈਸਟ ਕਿਹੜਾ ਹੋ ਗਿਆ 380, ओके बेटा। ਇਹ ਸਾਡਾ ਨੀਅਰੈਸਟ ਨੰਬਰ ਹੋ ਗਿਆ। ਕੀ ਲਿਖਾਂਗੇ ਸਭ ਤੋਂ ਪਹਿਲਾਂ ਲਿਖਾਂਗੇ ਬਿਲ ਅਮਾਉਂਟ। ਬਿਲ ਅਮਾਉਂਟ ਕਿੰਨੀ ਹੈ रुपीज़ 378, ठीक है। ਹੁਣ ਲਿਖਾਂਗੇ ਇਟ ਇਜ਼ ਨੀਅਰੈਸਟ 10 ਇਜ਼ ਨੀਅਰੈਸਟ 10 ਇਜ਼ ਇਕੁਅਲ ਟੂ रुपीज़ 380। लिखांगे डिस्काउंट परसेंट ਅਸੀਂ ਲਿਖਾਂਗੇ डिस्काउंट परसेंटेज इक्वल टू 15%, ठीक है। ਹੁਣ डिस्काउंट ਨੂੰ ਸੋਲਵ ਕਰਨ ਵਾਸਤੇ ਅਸੀਂ ਲਿਖਾਂਗੇ डिस्काउंट इक्वल टू 15% ऑफ रुपीज़ 380। ਹੁਣ ਇਹਨੂੰ ਸੋਲਵ ਕਰਾਂਗੇ। ਹਾਂਜੀ ਲਿਖਾਂਗੇ 15/100 ਮਲਟੀਪਲਾਈ 380, ठीक है बेटा। ਹੁਣ ਇਹ ਜਿਹੜੀ 0 ਹੈ ਇਹਦੇ ਨਾਲ ਕੱਟ ਹੋ ਜਾਏਗੀ, ठीक है। ਇਹ ਹੋਏਗਾ ਹੁਣ 5 ਨਾਲ ਕੱਟਾਂਗੇ 5 ਦੇ ਟੇਬਲ ਇੱਥੇ ਆ ਜਾਏਗਾ 3 ਔਰ ਇੱਥੇ ਆ ਜਾਏਗਾ 2, ठीक है। ਹੁਣ ਅਸੀਂ 2 ਦੇ ਟੇਬਲ ਦੇ ਵਿੱਚ ਇਹ ਡਿਜਿਟ ਨੂੰ ਵੀ ਕੱਟ ਲਵਾਂਗੇ ਇੱਥੇ ਆ ਜਾਏਗਾ 1 ਔਰ ਇੱਥੇ ਆ ਜਾਏਗਾ 9। ਹੁਣ 19 ਨੂੰ ਕਰਾਂਗੇ ਅਸੀਂ 3 ਨਾਲ ਮਲਟੀਪਲਾਈ ਤੇ ਸਾਡਾ ਕਿੰਨਾ ਆ ਜਾਏਗਾ ਸਾਡਾ ਆਏਗਾ 57, ठीक है। ਸਾਡਾ ਕਿੰਨਾ ਆਏਗਾ 57।
ਹੁਣ ਅਸੀਂ ਐਸਟੀਮੇਟ ਬਿਲ ਅਮਾਉਂਟ ਪਤਾ ਕਰਨਾ ਤੇ ਕੀ ਲਿਖਾਂਗੇ, ਅਸੀਂ ਲਿਖਾਂਗੇ ਐਸਟੀਮੇਟ ਬਿਲ ਅਮਾਉਂਟ ਇਕੁਅਲ ਟੂ ਰੁਪੀਸ 380 ਮਾਈਨਸ ਰੁਪੀਸ 57। ਠੀਕ ਹੈ, ਤੇ ਸਾਡਾ ਕਿੰਨਾ ਆ ਜਾਏਗਾ, ਇੱਥੇ ਆਏਗਾ ਰੁਪੀਸ 323। ਇਹ ਕੀ ਹੋ ਗਿਆ ਸਾਡਾ ਆਂਸਰ। ਬੇਟਾ ਬੁੱਕ ਪਿੱਛੇ ਥੋੜਾ ਜਿਹਾ ਗਲਤ ਲਿਖਿਆ, ਮਿਸ ਪ੍ਰਿੰਟ ਹੋ ਗਿਆ ਹੋਏਗਾ, ਤਾਂ ਤੁਹਾਡਾ ਆਂਸਰ ਇਹੀ ਹੁੰਦਾ। ਓਕੇ ਬੇਟਾ ਜੀ। ਹਾਂਜੀ, ਨਾਲ ਹੀ ਇਹੀ ਕਰ ਦਾਂਗੇ 7.4 ਐਕਸਰਸਾਈਜ਼ ਸ਼ੁਰੂ, ਜਿਹਦਾ ਫਰਸਟ ਸਮ ਹੈ ਉਹਦੀ ਸਟੇਟਮੈਂਟ ਪੜਾਂਗੇ। ਦ ਕੋਸਟ ਆਫ ਏ ਟੀਵੀ ਸੈੱਟ ਐਟ ਏ ਸ਼ੋਰੂਮ ਇਜ਼ ਰੁਪੀਸ 36,500। ਕਹਿੰਦੇ ਕਿ ਇੱਕ ਸ਼ੋਰੂਮ ਵਿੱਚ ਜਿਹੜਾ ਟੀਵੀ ਸੈੱਟ ਹੈ ਨਾ ਉਹਦੀ ਕੋਸਟ ਹੈਗੀ ਹੈ 36,500। ਠੀਕ ਹੈ, ਦ ਸੇਲ ਟੈਕਸ ਇਜ਼ 8%, ਤੇ ਉਹਦੇ ਤੇ ਸੇਲ ਟੈਕਸ 8% ਹੈ। ਫਾਈਂਡ ਦਾ ਬਿਲ ਅਮਾਊਂਟ। ਹੁਣ ਅਸੀਂ ਬਿਲ ਅਮਾਊਂਟ ਫਾਈਂਡ ਕਰਨੀ ਹੈ, ਤੇ ਇਹ ਬਿਲਕੁਲ ਉਹਨਾਂ ਤੋਂ ਅਲੱਗ ਹੈਗਾ। ਠੀਕ ਹੈ, ਤੇ ਸਭ ਤੋਂ ਪਹਿਲਾਂ ਅਸੀਂ ਓਰੀਜਨਲ ਕੋਸਟ ਲਿਖਾਂਗੇ ਟੀਵੀ ਸੈੱਟ ਦੀ। ਕੀ ਲਿਖਾਂਗੇ, ਹਾਂਜੀ, ਹੁਣ ਸਾਡੇ ਕੋਲ ਟੀਵੀ ਸੈੱਟ ਦੀ ਓਰੀਜਨਲ ਕੋਸਟ ਕੀ ਹੈ, ਅਸੀਂ ਲਿਖਾਂਗੇ ਓਰੀਜਨਲ ਕੋਸਟ ਆਫ ਟੀਵੀ ਸੈੱਟ ਇਕੁਅਲ ਟੂ ਰੁਪੀਸ 36,500। ਠੀਕ ਹੈ, ਹੁਣ ਅਸੀਂ ਲਿਖਾਂਗੇ ਕਿ ਇੱਥੇ ਸੇਲ ਟੈਕਸ ਕਿੰਨਾ ਮਿਲਿਆ, ਅਸੀਂ ਲਿਖਾਂਗੇ ਸੇਲ ਟੈਕਸ ਇਕੁਅਲ ਟੂ 8%। ਠੀਕ ਹੈ, ਲਿਖਾਂਗੇ ਸੇਲ ਟੈਕਸ ਇਕੁਅਲ ਟੂ 8% ਆਫ 36,500। ਹੁਣ ਇਹਨੂੰ ਸੋਲਵ ਪਹਿਲਾਂ ਕਰਾਂਗੇ, ਫਿਰ ਨੈਕਸਟ ਇਹਦਾ ਜਿਹੜਾ ਸਾਨੂੰ ਅਗਲੇ ਕੁਐਸਚਨ ਪੁੱਛਿਆ ਨਾ ਕਿ ਫਾਈਂਡ ਦਾ ਬਿਲ ਅਮਾਊਂਟ, ਉਹ ਸੋਲਵ ਕਰਾਂਗੇ। ਠੀਕ ਹੈ, ਅਸੀਂ ਲਿਖਾਂਗੇ ਇੱਥੇ 8 ਓਵਰ ਕਿੰਨਾ ਹੋਏਗਾ 100 ਮਲਟੀਪਲਾਈ 36,500। ਠੀਕ ਹੈ, ਇਹ ਦੋਨੋਂ ਜ਼ੀਰੋ ਇਹਦੇ ਨਾਲ ਕੱਟ ਜਾਏਗੀ, ਦੋਨੋਂ ਜ਼ੀਰੋ ਇਹਦੇ ਨਾਲ ਕੱਟ ਜਾਏਗੀ। ਹੁਣ ਇਹਨੂੰ ਮਲਟੀਪਲਾਈ ਕਰ ਦਾਂਗੇ ਤੇ ਸਾਡਾ ਕਿੰਨਾ ਆ ਜਾਏਗਾ, ਸਾਡਾ ਆ ਜਾਏਗਾ ਰੁਪੀਸ 2920। ਠੀਕ ਹੈ, ਅਸੀਂ ਬਿਲ ਅਮਾਊਂਟ ਪਤਾ ਕਰਨੀ ਹੈ ਨਾ, ਅਸੀਂ ਲਿਖਾਂਗੇ ਬਿਲ ਅਮਾਊਂਟ ਇਕੁਅਲ ਟੂ ਓਰੀਜਨਲ ਟੈਕਸ ਪਲੱਸ ਸੇਲ ਟੈਕਸ। ਹੁਣ ਸਾਡੇ ਓਰੀਜਨਲ ਕੋਸਟ ਕਿੰਨੀ ਹੈ, ਸਾਡੀ ਓਰੀਜਨਲ ਕੋਸਟ ਹੈਗੀ ਹੈ ਰੁਪੀਸ 36,500। ਠੀਕ ਹੈ, ਹੁਣ ਉਹਦੇ ਵਿੱਚ ਜਿਹੜਾ ਸਾਡਾ ਸੇਲ ਟੈਕਸ ਨਿਕਲਿਆ ਉਹ ਕਿੰਨਾ ਨਿਕਲਿਆ 2920। ਠੀਕ ਹੈ, ਹੁਣ ਇਹਨੂੰ ਪਲੱਸ ਕਰ ਦਾਂਗੇ, ਪਲੱਸ ਕਰਾਂਗੇ ਤੇ ਸਾਡਾ ਕਿੰਨਾ ਆਏਗਾ ਰੁਪੀਸ 39,420, ਤੇ ਇਹ ਸਾਡਾ ਹੈਗਾ ਆਂਸਰ। ਓਕੇ ਬੇਟਾ ਜੀ। ਹਾਂਜੀ, ਸੈਕਿੰਡ ਸਮ ਦੀ ਸਟੇਟਮੈਂਟ ਇਸ ਤਰ੍ਹਾਂ, A LD TV is available for rupees 26,880 in include sale tax। ਕਹਿੰਦੇ ਕਿ ਇੱਕ LD ਜਿਹੜੀ TV ਹੈ ਨਾ ਉਹ 26,880 ਰੁਪੀਸ ਦਾ ਮਿਲਦਾ, ਤੇ ਇਹਦੇ ਵਿੱਚ ਸੇਲ ਟੈਕਸ ਵੀ ਇਨਕਲੂਡ ਆ। ਇਫ ਦਾ ਓਰੀਜਨਲ ਕੋਸਟ ਆਫ LD TV is 24,000, find the rate of sale tax। ਕਹਿੰਦੇ ਕਿ ਜੇਕਰ ਜਿਹੜਾ LD ਹੈ TV ਉਹਦੀ ਕੀਮਤ ਜਿਹੜੀ ਹੈ 24,000 ਹੋਵੇ ਤੇ ਇਹਦੇ ਵਿੱਚ ਸੇਲ ਟੈਕਸ ਕਿੰਨਾ ਹੋਏਗਾ। ਸਭ ਤੋਂ ਪਹਿਲਾਂ ਅਸੀਂ ਕੋਸਟ ਲਿਖਣੀ ਹੈ, ਕੋਸਟ ਆਫ LD TV ਇਨ ਇਨਕਲੂਡਿੰਗ ਸੇਲ ਟੈਕਸ। ਕੋਸਟ ਆਫ LD TV ਇਨਕਲੂਡਿੰਗ ਸੇਲ ਟੈਕਸ ਇਕੁਅਲ ਟੂ ਕਿੰਨੀ ਹੈਗੀ ਆ, ਸਾਡਾ ਹੈਗਾ 26,880। ਠੀਕ ਹੈ, ਹੁਣ ਅਸੀਂ ਲਿਖਾਂਗੇ ਕਿ ਓਰੀਜਨਲ ਕੋਸਟ ਆਫ LD TV। ਕਹਿੰਦੇ ਕਿ ਇੱਥੇ ਲਿਖਿਆ ਨਾ ਕਿ ਜੇਕਰ 24,000 ਹੋਵੇ। ਠੀਕ ਹੈ, ਤੇ ਅਸੀਂ ਲਿਖਾਂਗੇ ਓਰੀਜਨਲ ਕੋਸਟ ਆਫ LD TV ਇਕੁਅਲ ਟੂ 24,000 ਰੁਪੀਸ। ਸੇਲ ਟੈਕਸ ਪਤਾ ਕਰਨਾ, ਅਸੀਂ ਲਿਖਾਂਗੇ ਸੇਲ ਟੈਕਸ ਇਕੁਅਲ ਟੂ ਕੋਸਟ ਇਨਕਲੂਡਿੰਗ ਸੇਲ ਟੈਕਸ। ਅਸੀਂ ਉਹ ਕੋਸਟ ਲਿਖਾਂਗੇ ਜਿਹਦੇ ਵਿੱਚ ਸਾਡਾ ਸੇਲ ਟੈਕਸ ਵੀ ਇਨਕਲੂਡ ਹੈ। ਉਸ ਤੋਂ ਬਾਅਦ ਇਹ ਜਿਹੜੀ ਓਰੀਜਨਲ ਕੋਸਟ ਹੈ ਨਾ ਉਹ ਲਿਖਾਂਗੇ। ਕਿਸ ਤਰ੍ਹਾਂ ਲਿਖਾਂਗੇ, ਜਿਹੜੀ ਇਨਕਲੂਡਿੰਗ ਵਾਲੀ ਕੋਸਟ ਹੈ ਉਹ ਕਿੰਨੀ ਹੈ ਰੁਪੀਸ 26,880 ਮਾਈਨਸ ਕਿੰਨਾ ਕਰਾਂਗੇ, ਕੋਸਟ ਕਿੰਨੀ ਹੈ ਰੁਪੀਸ 24,000। ਠੀਕ ਹੈ, ਇਹਦੇ ਵਿੱਚ ਮਾਈਨਸ ਕਰਾਂਗੇ ਤੇ ਸਾਡਾ ਕਿੰਨਾ ਆ ਜਾਏਗਾ, ਸਾਡਾ ਆ ਜਾਏਗਾ ਰੁਪੀਸ 2880। ਠੀਕ ਹੈ, ਹੁਣ ਅਸੀਂ ਰੇਟ ਆਫ ਸੇਲ ਪਤਾ ਕਰਨਾ ਹੈ। ਠੀਕ ਹੈ, ਹੁਣ ਕੀ ਕਰਨਾ, ਨਾਲੇ ਉਹਨਾਂ ਨੇ ਕਹਿ ਦਿੱਤਾ ਨਾ ਕਿ ਰੇਟ ਆਫ ਸੇਲ ਪਤਾ ਕਰਨੀ ਹੈ। ਅਸੀਂ ਲਿਖਾਂਗੇ ਰੇਟ ਆਫ ਸੇਲ ਟੈਕਸ। ਆਫ ਸੇਲ ਟੈਕਸ ਇਹਦਾ ਫਾਰਮੂਲਾ ਇਸ ਤਰ੍ਹਾਂ ਲਿਖਾਂਗੇ, ਰੇਟ ਆਫ ਦਾ ਸੇਲ ਟੈਕਸ ਇਕੁਅਲ ਟੂ ਸੇਲ ਟੈਕਸ ਓਵਰ ਕਿੰਨਾ ਹੋਏਗਾ ਓਰੀਜਨਲ ਕੋਸਟ ਔਰ ਮਲਟੀਪਲਾਈ 100। ਠੀਕ ਹੈ, ਹੁਣ ਇਹਦੇ ਹਿਸਾਬ ਨਾਲ ਹੀ ਸਾਰਾ ਜਿਹੜਾ ਸਮ ਆਪਣਾ ਸੋਲਵ ਕਰਾਂਗੇ। ਇਹਦੇ ਵਿੱਚ ਕਿੰਨਾ ਸਾਡਾ ਨਿਕਲਿਆ ਸੀ ਰੁਪੀਸ, ਸਾਡਾ ਨਿਕਲਿਆ 2880 ਰੁਪੀਸ। ਠੀਕ ਹੈ,
ओवर कितना करांगे अहीं ओवर करांगे 24। ओरिजिनल कॉस्ट कितनी है साडा हैगा 24,000। ठीक है 24,000 हो गया मल्टीप्लाई कितना होएगा साडा 100 होएगा। ओके बेटा हुण ए जिहड़ियां दोनों जीरो है ना इहदे नाल कट हो जाएगी और ए जीरो जिहड़ी इहदे नाल कट हो जाएगी। ठीक है हुण इहनूं अहीं सॉल्व करना है ते किस तरह करना है जिहड़ा 24 है वो हैगा 8 दे टेबल च। ठीक है 24 8 के टेबल आएगा तो यह जी डिजिट अं वेखनी है कि ये जी डिजिट है ये साड़ी 8 के टेबल में कट हो जाएगी। अं छोटा जिहा तो रफ काम करांगे। ठीक है इत्थे लिखांगे 8 इत्थे लिखांगे 288। ठीक है हुण इनू करांगे 3 ते जाएगा साडा इत्थे आ जाएगा 24। ठीक है फिर माइनस करांगे इत्थे आ जाएगा 4 और इत्थे आ जाएगा साडा ए वाला 8। हुण 8 के टेबल च 6 नंबर ते आंदा 48 ਇਹਦਾ मतलब है यह कट जाएगी इत्थे आएगा 36। ओके बेटा 36 साडा 3 ते ना कटिया जाएगा 3 1 3 इत्थे आ जाएगा 1 और इत्थे आ जाएगा 2। ठीक है हुण कोई भी कट्टण वाली डिजिट नहीं है इस आंसर आ जाएगा। ठीक है बेटा जी साडे थर्ड सम दी स्टेटमेंट इस तरह है द सेल टैक्स रेट इज 8%। कहंदे कि जिहड़ा सेल टैक्स है उहदा रेट कितना 8%। इफ राहुल बाउट ए वॉशिंग मशीन जेकर राहुल जिहड़ा एक वॉशिंग मशीन खरीदता है एंड पेड ए सेल टैक्स ऑफ रुपीस 1920 ते ओ पे करता वै 1920। वट इज द कॉस्ट ऑफ वॉशिंग मशीन बिफोर टैक्स। कहते कि वॉशिंग मशीन की कॉस्ट पता करनी है बिफोर टैक्स। सब तो पहला ही की करांगे सानू कॉस्ट नहीं दी दी। ठीक है सानू ओरिजिनल कॉस्ट नहीं दी तो जो सानू कोई ओरिजिनल कॉस्ट या कोई चीज़ ना दी हो तो की करते हैं लैट करते हैं। इत्थे लिखांगे लेट ओरिजिनल कॉस्ट इक्वल टू एक्स। ठीक है हुण जिहड़ा सेल टैक्स सी वो कितना है सेल टैक्स परसेंटेज कितनी है वो लिखांगे सेल टैक्स परसेंटेज साडी हैगी 8%। ठीक है इस तो बाद अहीं इहनूं सॉल्व करना है सेल टैक्स कढ़ना है तो किस तरह लिखांगे सेल टैक्स इक्वल टू 8% ऑफ एक्स। ठीक है हुण इहनूं सॉल्व करांगे इक्वल टू दा साइन देवांगे इत्थे लिखांगे 8 और ओवर हो जाएगा साडा 100 मल्टीप्लाई एक्स हो जाएगा। ठीक है जिहड़े पेड किते पैसे वो किन्ने है 1920। ठीक है इक्वल टू इत्थे आ जाएगा साडा इनू मल्टीप्लाई किया 8 नू एक्स ना इत्थे आ गया 8x ओवर कितना हो गया साडा 100 हो गया। हुण इनू सारियां चीज़ां नू ही सॉल्व करना है। इधर ए वाला करो इधर थले 1 ला दो। ठीक है तो इनू क्रॉस मल्टीप्लाई करना क्रॉस मल्टीप्लाई किया तो साडा किस आ गया अं पहले इसा सिंपल लिखांगे इत्थे आ जाएगा 100 और इत्थे आ जाएगा साडा 8x। ठीक है हुण इनू ही मल्टीप्लाई किया जाएगा 1,92,000 कितना आ जाएगा 1,92,000 इक्वल टू 8x। ठीक है हुण अहीं इनू लिखांगे 1,92,000 नू इत्थे रखांगे ओवर कितना कर देंगे 8 इक्वल टू कितना हो जाएगा साडा x। ठीक है हुण इनू कट करना। ठीक है इत्थे 8 तो ही कर लेने। ठीक है 8 सब तो पहला 2 ते जाएगा इत्थे आ जाएगा 16 माइनस किया इत्थे आ जाएगा 3 उपरों लवांगे 2 इत्थे फिर जाएगा 4 ते। ठीक है 4 ते गया 32 आ गया कट हो गया यह सारे जीरो जिहड़ियां असीं इत्थे ला लांगे। ठीक है यह जिहड़ियां जीरो फिर तुहानूं पता इत्थे लग जांदियां। ठीक है इस करके जिहड़ा यह जिहड़ी सारी डिजिट है ये कट्टी जाएगी 24,000 ते। ठीक है बेटा ये की होएगा साडा इत्थे आ जाएगा साडा 24,000। ठीक है बेटा हुण उन्होंने पूछा कि कॉस्ट की होएगी बिफोर पे टैक्स जे मतलब कॉस्ट नहीं पता करना कहते कॉस्ट की होएगी मशीन दी इत्थे लिखांगे इसलिए द कॉस्ट ऑफ वॉशिंग मशीन बिफोर ऑल टैक्स इक्वल टू ₹24,000 तो ये साडा आंसर हो जाएगा। ओके बेटा जी हाँ जी फोर्थ सम दी स्टेटमेंट है सीमा अबाउट ए बॉक्स ऑफ बिस्किट फॉर ₹904 विच इनकलूडिंग ए सेल टैक्स ऑफ 13%। सीमा ने बिस्किट का एक बॉक्स खरीदिया जिहदी जिहड़ी प्राइस है वो है 904 इहदे विच जिहड़ा इनकलूड है सेल टैक्स। ठीक है वो है 13%। वट इज द प्राइस ऑफ बिस्किट बॉक्स विदाउट सेल टैक्स। हुण इहदे विच भी सानूं प्राइस नहीं दित्ता फाइंड करना है बिस्किट बॉक्स का प्राइस विदाउट सेल। ठीक है ये सानू लैट करना पेगा
ਅਸੀਂ ਲਿਖਾਂਗੇ ਲੈਟ ओरिजिनल ਕੋਸਟ ਇਕੁਅਲ ਟੂ x। ठीक है, ਹੁਣ ਜਿਹੜਾ ਟੈਕਸ ਹੈ ਸੇਲ ਟੈਕਸ ਕਿੰਨਾ ਹੈ, ठीक है, वो लिखांगे इज इक्वल टू 13%। ठीक है, सेल टैक्स परसेंटेज कितनी है 13%। हुण सेल टैक्स पता करना तो किस तरह करांगे, इत्थे लिखांगे सेल टैक्स इक्वल टू 13% ऑफ एक्स। एक्स की साडी ओरिजिनल कोस्ट है जिहड़ी कि लैट कीती है। ठीक है, हुण इहदे हिसाब नाल असीं सॉल्व करांगे। इत्थे लिखांगे 13/100 मल्टीप्लाई एक्स। इनू इहदे नाल करांगे मल्टीप्लाई, तो 13 कीता एक्स नाल मल्टीप्लाई, इत्थे आ जाएगा 13x ओवर की पता करना अहीं ओरिजिनल कोस्ट पता करनी है बिस्किट बॉक्स की। ठीक है, इत्थे लिखांगे बिल अमाउंट इक्वल टू ओरिजिनल कोस्ट प्लस सेल टैक्स। इहदे विच बिल कितना हैगा 904। ठीक है, इक्वल टू की होगा ओरिजिनल कोस्ट साडी हैगी एक्स। ठीक है, प्लस करांगे इत्थे आएगा जिहड़ा सेल टैक्स कितना ही 13% ओवर कितना हो गया साडा 100। हुण इनू एक्स के नीचे ही 1 लिख सकते हैं, क्रॉस मल्टीप्लाई करांगे। इहदे विच की आ जाएगा, पहला तो साडी जिहड़ा बिल अमाउंट है ना वो असीं इस तरह ही लिख लांगे। ठीक है, क्रॉस मल्टीप्लाई किया 100 नूं किया एक्स ना, इत्थे आ गया 100x प्लस इनू इहदे नाल 1 ना करांगे 13x नूं तो उन्ना ही आ जाएगा, तो ओवर कितना हो जाएगा 100 हो जाएगा। ओके बेटा, हुण यह जिहड़ा हैगा को बिल कोस्ट है वो है 904। इनू करांगे मल्टीप्लाई 100 दे नाल। ठीक है, ओवर कितना हो, इनू दोनों नू प्लस कर देंगे 100 नू और प्लस 13x नू अहीं की करांगे प्लस, साडा आ जाएगा 113x। ठीक है, हुण 904 नू मल्टीप्लाई करांगे अहीं 100 नाल, साडा कितना आ जाएगा 90,400। ठीक है, इक्वल कितना हो जाएगा साडा 113x। ठीक है, हुण इहदे हिसाब नाल इनू सॉल्व करांगे। उपर लिखांगे 90,400 ते ओवर कितना करांगे अहीं, ओवर करांगे 113 ते इक्वल टू दा साइन दे के इत्थे लिखांगे x। ठीक है, हुण यह टेबल वड्डा है, अहीं ओहो जिहा टेबल लैणा जिहदे नाल ईजली जिहड़ा सारा कट्टिया जाए। अहीं जे 113 नूं किहदे नाल करिए अहीं 8 नाल करांगे तो साडा कितना आ जाएगा 904। ठीक है, इत्थे मैं तुहानूं रफ काम भी करके दस दिंदी हाँ। हाँ जी, इत्थे आएगा 113, इत्थे आएगा 90,400। ठीक है, अहीं अगर इनू 8 जे जाएगा, ठीक है, ये पूरी दी पूरी डिजिट आ जाएगी। यह 2 जीरोआं जिहड़ियां इत्थे आउणगीआं तो वो इत्थे लग जाणगीआं। ठीक है, इस करके जे अहीं कटिंग करांगे ना 113 नू करांगे 8 ना, तो साडी इत्थे आ जाएगी डिजिट, यह जो 2 जीरो इत्थे आ जाएंगे। ओके बेटा, इक्वल टू द साइन दे के 800 इक्वल टू एक्स आ जाएगा। इस करके की लिखांगे, ही लिखांगे इसलिए द प्राइज ऑफ बिस्किट बॉक्स विदाउट सेल टैक्स इक्वल टू 800। ठीक है, इक्वल टू 800 ये साडा आंसर आ जाएगा। ओके बेटा, हाँ जी, साढ़े 5 सम की स्टेटमेंट्स हैं। द कोस्ट ऑफ पेयर ऑफ शूज़ एट ए शॉप इज़ ₹440। कहते कि एक शॉप दे विच जिहड़े शूज़ की कोस्ट है ना वो हैगी 440। द सेल टैक्स इज़ 5%। तो कहते उहदे ते सेल टैक्स कितना 5%। फाइंड बिल अमाउंट, इहदे विच अहीं बिल अमाउंट पता करनी है। ठीक है बेटा, किसा लिखना, सब तो पहला अहीं लिखांगे कि ओरिजिनल कोस्ट ऑफ शूज़, ओरिजिनल कोस्ट ऑफ पेयर ऑफ शूज़ इक्वल टू ₹440। ठीक है बेटा, अभी तो सेल टैक्स कितना है अं लिखांगे सेल टैक्स इक्वल टू 5%। ठीक है बेटा, हुण सेल टैक्स परसेंटेज पता करनी हो तो किस तरह करते हैं, अं करते हैं सेल टैक्स इक्वल टू 5% ऑफ 440। ठीक है, हुण इनू सॉल्व करांगे, इत्थे लिखांगे 5 ओवर कितना करांगे 100 मल्टीप्लाई 440। ठीक है, ए जीरो इहदे नाल कट जाएगी। ठीक है, 5 1 दा 5 इत्थे आ जाएगा 2, इत्थे आ जाएगा 2 दे नाल कटिया जाएगा, इत्थे आ जाएगा 22। ठीक है, इस करके की करांगे कि जिहड़े इहदे विच जिहड़ा सेल टैक्स है वो हैगा 22। ठीक है, हुण अहीं की पता करना, अहीं पता करना है फाइंड द बिल अमाउंट। बिल अमाउंट पता करना तो की लिखांगे, सब तो पहला लिखांगे बिल अमाउंट इक्वल टू ओरिजिनल कोस्ट प्लस सेल टैक्स। तो
ਤੇ ਸਾਡੀ ਜਿਹੜੀ ओरिजिनल ਕੋਸਟ ਹੈ ਉਹ ਕਿੰਨਾ ਹੈ, ਉਹ ਹੈਗੀ ₹440, ਠੀਕ ਹੈ। ਤੇ ਜਿਹੜਾ ਅਸੀਂ ਸੇਲ ਟੈਕਸ ਕੱਢਿਆ ਉਹ ਕਿੰਨਾ ਹੈ, ਸਾਡਾ ਹੈਗਾ 22 ਰੁਪੀਸ। ਕਿੰਨੇ ਨੇ, 22, ਠੀਕ ਹੈ। ਹੁਣ ਇਹਨਾਂ ਦੋਨਾਂ ਨੂੰ ਪਲੱਸ ਕਰ ਦਾਂਗੇ, ਅਸੀਂ ਦੋਨਾਂ ਨੂੰ ਪਲੱਸ ਕੀਤਾ ਤੇ ਸਾਡਾ ਕਿੰਨਾ ਆ ਗਿਆ, 462। ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਡਾ ਬਿੱਲ ਹੈ ਨਾ, ਬਿੱਲ ਅਮਾਊਂਟ ਹੈਗੀ ਆ ₹462 ਤੇ ਇਹ ਸਾਡਾ ਆਂਸਰ ਹੋ ਗਿਆ। ਓਕੇ ਬੇਟਾ ਜੀ। ਹਾਂਜੀ ਬੇਟਾ 6 ਨੰਬਰ ਤੇ ਕਰਾਂਗੇ ਅਸੀਂ MCQ ਤੇ ਸਾਡਾ ਪਹਿਲਾ MCQ ਹੈ ਸੇਲ ਟੈਕਸ ਔਨ ਐਨ ਆਈਟਮ ਐਟ 5%। ਕਹਿੰਦੇ ਕਿ ਇੱਕ ਆਈਟਮ ਤੇ ਸੇਲ ਟੈਕਸ ਜਿਹੜਾ ਲੱਗਿਆ 5% ਹੈ ਵਿਦ ਮਾਰਕ ਪ੍ਰਾਈਸ ਆਫ ₹200 ਤੇ ਇਹਦਾ ਪ੍ਰਾਈਸ ਕਿੰਨਾ 200, ਠੀਕ ਹੈ। ਅਸੀਂ ਕੀ ਕਰਨਾ, ਇਹਨੂੰ ਸੋਲਵ ਕਰਨਾ, ਕਿਸ ਤਰ੍ਹਾਂ ਕਰਾਂਗੇ। ਸਭ ਤੋਂ ਪਹਿਲਾਂ ਸਿੰਪਲੀ ਬਹੁਤ ਹੀ ਜਿਸ ਤਰ੍ਹਾਂ ਪਹਿਲਾਂ ਹੀ ਕੀਤਾ ਨਾ ਉਸ ਤਰ੍ਹਾਂ ਹੀ ਕਰਾਂਗੇ। ਜਿਸ ਤਰ੍ਹਾਂ ਇੱਥੇ ਲਿਖਾਂਗੇ 5% ਆਫ 200, ਠੀਕ ਹੈ। ਇੱਥੇ ਲਿਖਾਂਗੇ 5 ਓਵਰ ਕਰ ਦੇ ਕੇ 100 ਔਰ ਮਲਟੀਪਲਾਈ 200 ਨੂੰ ਕਰ ਦਾਂਗੇ। ਇਹ ਜ਼ੀਰੋ ਇਹਦੇ ਨਾਲ ਕਰਾਂਗੇ ਤੇ ਇਹ ਕੱਟਿਆ ਜਾਏਗਾ ਤੇ ਇਹ ਆਏਗਾ ਇੱਥੇ ਰੁਪੀਸ। ਇਹਨੂੰ ਮਲਟੀਪਲਾਈ ਕੀਤਾ 5 ਨੂੰ 2 ਨਾਲ ਤੇ ਇੱਥੇ ਆਏਗਾ 10, ਠੀਕ ਹੈ। ਅੱਗੇ ਲਿਖਾਂਗੇ ਇੱਥੇ ਰੁਪੀਸ, ਠੀਕ ਹੈ। ਇਹਦਾ ਮਤਲਬ ਸਾਡਾ ਜਿਹੜਾ ਬੀ ਆਪਸ਼ਨ ਹੈ ਉਹ ਸਾਡਾ ਆਂਸਰ ਹੈ। ਓਕੇ ਬੇਟਾ ਜੀ। ਸੈਕਿੰਡ MCQ ਹੈ ਇਫ ਸੇਲ ਟੈਕਸ ਆਫ 15% ਇਜ਼ ਲੈਵਿਡ ਔਨ ਸ਼ੂਜ਼ ਮਾਰਕੀਟ ਐਟ ₹2000। ਕਹਿੰਦੇ ਨੇ ਕਿ ਜੇਕਰ 50% ਆਫ ਇੱਕ ਸ਼ੂਜ਼ ਦੇ ਪੇਅਰ ਤੇ ਜਿਹਦੀ ਕਿ ਕੀਮਤ ਹੈਗੀ ਹੈ 2000, ਫਾਈਂਡ ਦਾ ਫਾਈਨਲ ਪ੍ਰਾਈਸ ਆਫਟਰ ਐਡਿੰਗ ਸੇਲ ਟੈਕਸ। ਇਹਦਾ ਫਾਈਨਲ ਪ੍ਰਾਈਸ ਪਤਾ ਕਰਨਾ ਹੈ ਸੇਲ ਟੈਕਸ ਐਡ ਕਰਕੇ, ਠੀਕ ਹੈ। ਅਸੀਂ ਕੀ ਲਿਖਾਂਗੇ, ਇੱਥੇ ਵਿੱਚ ਅਸੀਂ ਲਿਖਾਂਗੇ 15% ਆਫ 2000, ਠੀਕ ਹੈ। ਇਹ ਹੈਗਾ ਰੁਪੀਸ। 15 ਓਵਰ 100 ਮਲਟੀਪਲਾਈ 2000 ਐਂਡ 2 ਜ਼ੀਰੋ ਇਹਦੇ ਨਾਲ ਕੱਟ ਜਾਏਗੀ, ਠੀਕ ਹੈ। ਇਹ 2 ਜ਼ੀਰੋ ਇਹਦੇ ਨਾਲ ਕੱਟ ਗਈ ਤੇ ਅੱਗੇ ਆ ਗਿਆ ਸਾਡਾ 15 ਨੂੰ ਅਸੀਂ ਕਰਾਂਗੇ ਕਿਹਦੇ ਨਾਲ, 20 ਨਾਲ ਮਲਟੀਪਲਾਈ ਤੇ ਸਾਡਾ ਆ ਜਾਏਗਾ 300, ਠੀਕ ਹੈ। ਕਿੰਨਾ ਆ ਜਾਏਗਾ ਸਾਡਾ 300 ਆ ਜਾਏਗਾ। ਹੁਣ 2000 ਜਿਹੜੀ ओरिजिनल ਕੋਸਟ ਹੈ ਪਲੱਸ 300 ਨੂੰ ਕੀਤਾ 2000 ਪਲੱਸ 300 ਕੀਤਾ ਸਾਡਾ ਕਿੰਨਾ ਆ ਜਾਏਗਾ 23। ਇੱਥੇ ਲਿਖਣਾ ₹2300। ਇਹ ਸਾਡਾ ਆਂਸਰ ਹੈ। ਹੁਣ ਵੇਖੋ 23 ਹੈਗਾ ਸੀ ਤੇ। ਓਕੇ ਬੇਟਾ। ਹਾਂਜੀ ਸਾਡਾ ਥਰਡ ਜਿਹੜਾ MCQ ਹੈ ਉਹ ਹੈ ਇਹ ਬੁੱਕ ਆਫਟਰ ਐਡਿੰਗ ਸੇਲ ਟੈਕਸ ਐਟ 10% ਇਜ਼ ਸੋਲਡ ਫॉर ₹165। ਇੱਕ ਬੁੱਕ ਦੀ ਕੀਮਤ ਹੈਗੀ 165 ਜਿਹਦੇ ਵਿੱਚ ਸੇਲ ਟੈਕਸ 10% ਐਡ ਕੀਤਾ। ਵਟ ਵਾਜ਼ ਦਾ ਪ੍ਰਾਈਜ਼ ਬਿਫੋਰ ਐਡਿੰਗ ਸੇਲ ਟੈਕਸ। ਤੇ ਇਸ ਦਾ ਬੁੱਕ ਦਾ ਬਿਫੋਰ ਐਡਿੰਗ ਸੇਲ ਟੈਕਸ ਪ੍ਰਾਈਜ਼ ਪਤਾ ਕਰਨਾ, ਜਿਹਦੇ ਵਿੱਚ ਸਾਨੂੰ ਪ੍ਰਾਈਜ਼ ਨਹੀਂ ਦਿੱਤਾ ਹੋਇਆ ਤੇ ਇਹ ਅਸੀਂ ਕੀ ਕਰਾਂਗੇ, ਲੈਟ ਕਰਾਂਗੇ। ਥੋੜਾ ਲੈਂਥੀ ਕੁਐਸਚਨ ਹੈ। ਅਸੀਂ ਲਿਖਾਂਗੇ ਲੈਟ ओरिजिनल ਕੋਸਟ ਇਕੁਅਲ ਟੂ x, ਠੀਕ ਹੈ। ਹੁਣ ਕੋਸਟ ਐਡਿੰਗ ਸੇਲ ਕਿੰਨੀ ਸਾਡੀ 165 ਹੀ ਨਾ, ਲਿਖਾਂਗੇ ਕੋਸਟ ਐਡਿੰਗ ਸੇਲ ਟੈਕਸ ਇਕੁਅਲ ਟੂ ₹165, ਠੀਕ ਹੈ। ਟੈਕਸ ਕਿੰਨਾ ਮਿਲਿਆ ਉਹ ਲਿਖਾਂਗੇ ਇਕੁਅਲ ਟੂ 10%, ਠੀਕ ਹੈ। ਇਹਦੇ ਹਿਸਾਬ ਨਾਲ ਇਹਨੂੰ ਸੋਲਵ ਕਰਾਂਗੇ। ਸੇਲ ਟੈਕਸ ਕੱਢਣਾ ਹੋਏ ਤਾਂ ਕੀ ਲਿਖਣਾ ਪੈਂਦਾ, ਸੇਲ ਟੈਕਸ ਇਕੁਅਲ ਟੂ 10% ਆਫ x। x ਕੀ ਮੰਨਿਆ ਹੀ ओरिजिनल ਕੋਸਟ। ਇਹਦੇ ਹਿਸਾਬ ਨਾਲ ਸੋਲਵ ਕਰਾਂਗੇ 10 ਓਵਰ 100 ਮਲਟੀਪਲਾਈ x, ਠੀਕ ਹੈ। ਇਹਨੂੰ ਮਲਟੀਪਲਾਈ ਕਰਾਂਗੇ 10 ਨੂੰ ਕੀਤਾ x ਨਾਲ, ਇੱਥੇ ਆਏਗਾ x 10x ਓਵਰ ਕਿੰਨਾ ਹੋਏਗਾ 100, ਠੀਕ ਹੈ ਬੇਟਾ। ਅੱਗੇ ਲਿਖਾਂਗੇ ਹਾਂਜੀ ਕੀ ਲਿਖਾਂਗੇ ਬਿੱਲ ਅਮਾਊਂਟ ਇਕੁਅਲ ਟੂ ओरिजिनल ਕੋਸਟ ਪਲੱਸ ਸੇਲ ਟੈਕਸ। ਬਿੱਲ ਅਮਾਊਂਟ ਕਿੰਨਾ ₹165, ओरिजिनल ਕੋਸਟ x ਤੇ ਟੈਕਸ ਕਿੰਨਾ ਹੀ ਇਹ ਹੈਗਾ ਸਾਡਾ 10%, ਠੀਕ ਹੈ। ਅੱਗੇ ਸੋਲਵ ਕਰਾਂਗੇ, ਇੱਥੇ ਲਿਖਾਂਗੇ 165 ਪਲੱਸ x ਔਰ ਪਲੱਸ 100 ਨੂੰ ਪਰਸੈਂਟੇਜ ਇਹਦੀ ਓਵਰ ਕਰਕੇ ਇੱਥੇ ਲਿਖ ਦਾਂਗੇ। ਹੁਣ ਅਸੀਂ ਇਹਨੂੰ ਇਕੁਅਲ ਕਰਨਾ ਤੇ ਇਹਨੂੰ ਇਕੁਅਲ ਕਰਨ ਦੇ ਮਤਲਬ ਇਹ ਕਿ ਅਸੀਂ ਇਹਨਾਂ ਨੂੰ ਵੀ ਕ੍ਰੋਸ ਮਲਟੀਪਲਾਈ ਕਰ ਸਕਦੇ ਹਾਂ। ਇਕੁਅਲ ਕਰਨਾ ਹੋਏ ਤੇ ਅਸੀਂ ਨੀਚੇ ਕਿਸੇ ਵੀ ਡਿਜਿਟ ਤੇ 1 ਲਿਖ ਦਿੰਦੇ ਹਾਂ, ਠੀਕ ਹੈ। ਇੱਥੇ ਲਿਖਾਂਗੇ ਰੁਪੀਸ, ਇੱਥੇ ਲਿਖਾਂਗੇ 165 ਪਲੱਸ 100 ਨਾਲ ਮਲਟੀਪਲਾਈ ਕੀਤਾ x ਨੂੰ, ਇੱਥੇ ਆ ਗਿਆ x 100x ਪਲੱਸ ਇਹਨੂੰ 10x ਨੂੰ ਕੀਤਾ 1 ਨਾਲ ਤੇ ਇੱਥੇ ਆ ਗਿਆ ਸਾਡਾ 10x ਓਵਰ ਕਿੰਨਾ ਹੋ ਗਿਆ 100। ਓਕੇ ਬੇਟਾ ਜੀ।
इस तो बाद असीं की करना है कि जिहड़ा ए हैगा ना 165 नूं असीं मल्टीप्लाई करना 100 दे नाल, ठीक है। तो इक्वल टू द साइन देना है, इक्वल टू द साइन दे के तो यह जो 100x प्लस 10x है ना, इनू प्लस कर देना, साडा आएगा 110, ओके। इत्थे आएगा x, ठीक है। अगे ही इन्होंने मल्टीप्लाई करांगे 165 नूं 100 नाल ते साडा कितना आ जाएगा 16500, ओके। इक्वल टू साडा आएगा 110x, ठीक है। हम सॉल्व करांगे, किस तरह करांगे, इत्थे लिखांगे 16500, ठीक है, ओवर कितना रखांगे 110 इक्वल टू x, ठीक है बेटा। ये जी जीरो ये कट जाएगी, तो हुण इनू अहीं 11 नूं इहदे विच कट्टांगे तो कितना आ जाएगा, अहीं 150 ना तो साडी ए डिजिट आ जाएगी। इत्थे थोड़ा जिहा अहीं रफ कम करांगे, रफ कम विच इनू सॉल्व करांगे। इत्थे लिखांगे 11, ठीक है, इत्थे लिखांगे 11, अंदर लिखांगे 1650, ठीक है। 1 ते जाएगा, इत्थे 11 आ जाएगा, माइनस कितना इत्थे 5, उपर भी 5 लवांगे, इत्थे जाएगा 5 ते 55 आ जाएगा, ठीक है। उपर हुण की रह गया कल्ला 0, वो ही इत्थे ला लांगे, ठीक है। इस तरह ही इनू कट कर सकते हैं 11 के टेबल च। साडा कितना आ गया, साडा आएगा x इक्वल टू 150, ये साडा हैगा बी ऑप्शन, ये साडा आंसर है, ओके बेटा जी। हाँ जी, साडा जिहड़ा 4 हैगा ना MCQ वो इस टाइम, A cricket bat with the list price of ₹5000 is sold after adding sale tax of 8%। कहते कि जो एक क्रिकेट बैट है ना वो खरीदया ही 5000 का, सेल टैक्स भी इंक्लूड है। फाइंड सेलिंग प्राइस ऑफ बैट, मतलब ਇਹਦਾ बैट का सेलिंग प्राइस देखना है। ਅਸੀਂ सब तो पहले लिखांगे 8% ऑफ 5000, ठीक है। इनू इस तरह सोल्व करांगे, 8 लिखांगे ओवर कितना करांगे 100 मल्टीप्लाई 5000, ठीक है। 5000 ਇਹਦੀਆਂ ਆ 2 0 ਇਹਦੇ ਨਾਲ ਕੱਟ ਹੋ ਜਾਣਗੀਆਂ, ठीक है। ਹੁਣ ਅਸੀਂ ਕਰਾਂਗੇ ਇਹਨੂੰ ਮਲਟੀਪलाई 50 ਨੂੰ ਕਿਹਦੇ ਨਾਲ ਕਰਾਂਗੇ 8 ਨਾਲ, ਇੱਥੇ ਕਿੰਨਾ ਆ ਜਾਏਗਾ ਸਾਡਾ 400, ठीक है। ਹੁਣ ਜਿਹੜਾ ਸਾਡਾ ओरिजिनल प्राइस है वो हैगा 5000 प्लस कितना निकलिया साडा सेल टैक्स कितना निकलिया 400, ठीक है। प्लस कितना तो कितना आ गया 5400, इत्थे लिखांगे ₹54, आंसर डी ऑप्शन, ठीक है। ये साडा आंसर है, ठीक है बेटा जी। इस तरह साडी 7.3 और 4 एक्सरसाइज कंप्लीट हो गई है। तो बेटा जी तुहानूं मेरे पढ़ाने का तरीका अच्छा लगता है तो प्लीज़ मेरी वीडियो को लाइक तो शेयर जरूर करा करो। नैक्सट वीडियो मिलते हैं, टेक केयर।